Hello students, welcome to EduSide. This is Reena Hansa. आज मैं ਤੁਹਾਨੂੰ इंग्लिश ਦਾ ਲੈਸਨ ਦ ਪੋਰਟਰੇਟ ਆਫ ਅ ਲੇਡੀ ਪੜਾਵਾਂਗੀ ਵਰਡ ਟੂ ਵਰਡ। ਓਕੇ, ਵਰਡ ਟੂ ਵਰਡ ਆਪਾਂ ਇਸ ਲੈਸਨ ਪੜਾਂਗੇ। सो बिफोर स्टार्टिंग लेसन आई वुड लाइक टू गिव यू अ स्मॉल इंट्रो ऑफ खुशवंत सिंह कि कौन ਸੀਗੇ। खुशवंत सिंह ने ਸਿੱਖ ਇਤਿਹਾਸ ਅਤੇ ਧਰਮ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਆ। ਉਹਨਾਂ ਨੇ ਉਰਦੂ ਅਤੇ ਪੰਜਾਬੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। ਲੇਖਕ ਤੋਂ ਇਲਾਵਾ ਉਹ ਇੱਕ ਵਕੀਲ, ਪੱਤਰਕਾਰ, ਲੋਕ ਸੰਪਰਕ ਅਧਿਕਾਰੀ ਅਤੇ ਸਿਆਸਤਦਾਨ ਵੀ ਰਹੇ ਹਨ। ਉਹਨਾਂ ਦੇ ਦੋ ਜਿਹੜੇ ਨਾਵਲ ਹੈ ਉਹ ਬਹੁਤ ਹੀ ਫੇਮਸ ਰਹੇ ਹਨ। ਇੱਕ ਹੈ ਟ੍ਰੇਨ ਟੂ ਪਾਕਿਸਤਾਨ, ਦੂਸਰਾ ਹੈ ਆਈ ਸ਼ੈਲ ਨਾਟ ਹੀਅਰ ਦ ਨਾਈਟਿੰਗੇਲ। ਟ੍ਰੇਨ ਟੂ ਪਾਕਿਸਤਾਨ ਜਿਹੜਾ ਉਹਨਾਂ ਦਾ ਨਾਵਲ ਸੀਗਾ ਇਹ ਬਟਵਾਰੇ 'ਤੇ ਸੀਗਾ, ਜੋ ਕਿ ਬਹੁਤ ਹੀ ਜ਼ਿਆਦਾ ਫੇਮਸ ਹੋਇਆ। ਸੋ ਚਲੋ ਹੁਣ ਆਪਾਂ ਲੈਸਨ ਵੱਲ ਮੂਵ ਹੁੰਦੇ ਹਾਂ। ਦ ਪੋਰਟਰੇਟ ਆਫ ਅ ਲੇਡੀ। ਪੋਰਟਰੇਟ ਹੁੰਦਾ ਹੈ ਤਸਵੀਰ, ਲੇਡੀ ਮਤਲਬ ਔਰਤ, ਤੋਂ ਇੱਕ ਔਰਤ ਦੀ ਤਸਵੀਰ। ਅਤੇ ਇਸ ਵਿੱਚ ਉਹ ਕਿਹਦੀ ਤਸਵੀਰ ਪੇਸ਼ ਕਰ ਰਹੇ ਨੇ? ਉਹ ਆਪਣੀ ਗ੍ਰੈਂਡ ਮਦਰ ਯਾਨੀ ਕਿ ਆਪਣੀ ਦਾਦੀ ਦੀ ਤਸਵੀਰ ਪੇਸ਼ ਕਰ ਰਹੇ ਹਨ। ਉਹ ਉਹਨਾਂ ਦੇ ਬਾਰੇ ਦੱਸ ਰਹੇ ਹਨ। ਸੋ ਚਲੋ ਲੈਸਨ ਬਿਗਿਨ ਕਰਦੇ ਹਾਂ ਆਪਾਂ। My grandmother, like everybody's grandmother, was an old woman. ਕਿ ਮੇਰੀ ਜਿਹੜੇ ਦਾਦੀ ਸੀਗੇ ਉਹ ਜਿਵੇਂ ਬਾਕੀਆਂ ਦੀ ਦਾਦੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਇੱਕ ਬਿਰਧ ਮਹਿਲਾ ਸੀ। She had been old and wrinkled for the 20 years and that I had known her. ਉਹ ਕਹਿ ਰਹੇ ਸੀਗੇ ਕਿ ਮੈਂ 20 ਵਰ੍ਹਿਆਂ ਤੋਂ ਉਹਨਾਂ ਨੂੰ ਇਵੇਂ ਹੀ ਦੇਖ ਰਹੇ ਹਾਂ ਕਿ ਉਹ ਰਿੰਕਲਡ ਸੀ। ਰਿੰਕਲਡ ਹੁੰਦਾ ਝੁਰੜੀਆਂ ਪਈਆਂ ਹੋਈਆਂ ਸੀ ਉਹਨਾਂ ਦੇ, ਔਰ ਉਸੇ ਤਰ੍ਹਾਂ ਓਲਡ ਸੀਗੇ। 20 ਵਰ੍ਹਿਆਂ ਤੋਂ ਇੱਕੋ ਹੀ ਏਜ ਦੇ ਲੱਗ ਰਹੇ ਸੀਗੇ ਕਿ ਉਹ ਬਹੁਤ ਰਿਚ ਸੀਗੇ। People said that she had once been young and pretty and even had a husband. ਲੋਕ ਕਹਿੰਦੇ ਹਨ ਕਿ ਕਿਸੇ ਸਮੇਂ ਉਹ ਬਹੁਤ ਜਵਾਨ ਸੀ, ਉਹ ਪ੍ਰਿਟੀ ਸੀ। ਪ੍ਰਿਟੀ ਮਤਲਬ ਸੋਹਣੇ ਸੀਗੇ। ਐਂਡ ਈਵਨ ਹੈਡ ਉਹਨਾਂ ਦਾ ਹਸਬੈਂਡ ਵੀ ਸੀਗਾ। ਬਟ ਦੈਟ ਵਾਜ਼ ਹਾਰਡ ਟੂ ਬਿਲੀਵ। ਦੈਟ ਵਾਜ਼ ਹਾਰਡ ਟੂ ਬਿਲੀਵ ਮਤਲਬ ਕਿ ਇਸ 'ਤੇ ਵਿਸ਼ਵਾਸ ਕਰਨਾ ਥੋੜ੍ਹਾ ਔਖਾ ਹੈਗਾ। My grandfather's portrait hung above the mantelpiece in the drawing room. ਕਿ ਮੇਰੇ ਜਿਹੜੇ ਗ੍ਰੈਂਡਫਾਦਰ ਹੈ, ਗ੍ਰੈਂਡਮਦਰ ਦੀ ਤਾਂ ਗੱਲ ਹੋ ਗਈ, ਜਿਹੜੇ ਗ੍ਰੈਂਡਫਾਦਰ ਸੀਗੇ ਉਹਨਾਂ ਦਾ ਪੋਰਟਰੇਟ, ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਮੈਂਟਲਪੀਸ ਹੁੰਦਾ ਜਿੱਦਾਂ ਅੰਗੀਠੀ ਨਹੀਂ ਹੁੰਦੀ ਪੁਰਾਣੇ ਸਮਿਆਂ 'ਚ, ਅੰਗੀਠੀ ਹੁੰਦੀ ਸੀ ਫਾਇਰਪਲੇਸ ਦੇ ਉੱਤੇ, ਉਹਦੇ ਉੱਤੇ ਉਹਨਾਂ ਦੀ ਡਰਾਇੰਗ ਰੂਮ ਵਿੱਚ ਯਾਨੀ ਕਿ ਬੈਠਕ ਵਿੱਚ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਟੰਗੀ ਹੋਈ ਹੈ। He wore a big turban and a loose fitting clothes. ਉਹਨਾਂ ਨੇ ਇੱਕ ਬਹੁਤ ਵੱਡੀ ਪਗੜੀ ਬੰਨੀ ਹੋਈ ਹੈ ਅਤੇ ਬੜੇ ਹੀ ਖੁੱਲ੍ਹੇ ਢਿੱਲੇ ਢਾਲੇ ਜਿਹੇ ਕੱਪੜੇ ਪਾਏ ਹੋਏ ਹਨ। His long white beard covered the best part of his chest and he looked at least 100 years old. ਉਹਨਾਂ ਦੀ ਲੰਬੀ ਦਾੜੀ ਹੈ ਜਿਸ ਨੇ ਉਹਨਾਂ ਦੀ ਛਾਤੀ ਜਿਹੜੀ ਹੈ ਉਹ ਪੂਰੀ ਤਰ੍ਹਾਂ, ਉਹਦਾ ਜ਼ਿਆਦਾਤਰ ਹਿੱਸਾ ਜਿਹੜਾ ਹੈ ਉਹ ਢੱਕਿਆ ਹੋਇਆ ਹੈ। ਕਿਸ ਨੇ ਢੱਕਿਆ ਹੋਇਆ? ਦਾੜੀ ਨੇ। ਮਤਲਬ ਉਹਨਾਂ ਦੀ ਵਾਈਟ ਜਿਹੜੀ ਦਾੜੀ ਹੈ ਉਸਨੇ ਉਹਨਾਂ ਦੀ ਛਾਤੀ ਪੂਰੀ ਢੱਕੀ ਹੋਈ ਹੈ, ਕਿ ਮਤਲਬ ਕਾਫੀ ਸੰਘਣੇ ਵਾਲ ਸੀਗੇ ਉਹਨਾਂ ਦੀ ਦਾੜੀ ਦੇ। ਐਂਡ ਹੀ ਲੁਕਡ ਐਟ ਲੀਸਟ 100 year old, ਯਾਨੀ ਕਿ ਉਹ ਤਾਂ ਇਵੇਂ ਲੱਗਦੇ ਸੀ ਜਿੱਦਾਂ 100 ਸਾਲ ਦੇ, ਘੱਟੋ ਘੱਟ ਉਹ 100 ਸਾਲ ਦੇ ਸਨ ਉਸ ਤਸਵੀਰ ਵਿੱਚ। ਹੀ ਡਿਡ ਨਾਟ ਲੁੱਕ ਦ ਸੌਰਟ ਆਫ ਪਰਸਨ ਹੂ ਵੁੱਡ ਹੈਵ ਅ ਵਾਈਫ ਔਰ ਚਿਲਡਰਨ। ਉਹ ਇਸ ਤਰ੍ਹਾਂ ਦੇ ਪਰਸਨ ਨਹੀਂ ਲੱਗਦੇ ਕਿ ਉਹਨਾਂ ਦੀ ਕੋਈ ਪਤਨੀ ਹੋਏ ਜਾਂ ਉਹਨਾਂ ਦੇ ਬੱਚੇ ਹੋਣ। ਹੀ ਲੁਕਡ ਐਜ਼ ਇਫ ਹੀ ਕੁਡ ਓਨਲੀ ਹੈਵ ਲੋਟਸ ਐਂਡ ਲੋਟਸ ਆਫ ਗ੍ਰੈਂਡ ਚਿਲਡਰਨ, ਯਾਨੀ ਮਤਲਬ ਉਹ ਜਿਹੜੀ ਤਸਵੀਰ ਟੰਗੀ ਹੋਈ ਹੈ ਉਹਨੂੰ ਦੇਖ ਕੇ ਲੱਗਦਾ ਕਿ ਉਹਨਾਂ ਦੀ ਵਾਈਫ ਵੀ ਨਹੀਂ ਹੋ ਸਕਦੀ, ਉਹਨਾਂ ਦੇ ਬੱਚੇ ਵੀ ਨਹੀਂ ਹੋ ਸਕਦੇ। ਉਹਨਾਂ ਦੇ ਤਾਂ ਬਹੁਤ ਸਾਰੇ ਗ੍ਰੈਂਡ ਚਿਲਡਰਨ ਯਾਨੀ ਕਿ ਪੋਤੇ ਪੋਤੀਆਂ, ਦੋਤੇ ਦੋਤੀਆਂ ਲੱਗਦੇ ਸੀਗੇ ਕਿ ਉਹਨਾਂ ਦੇ ਬਹੁਤ ਸਾਰੇ ਹੋਣਗੇ, ਯਾਨੀ ਉਹ ਇੰਨੇ ਬਿਰਧ ਲੱਗ ਰਹੇ ਸੀ ਉਸ ਤਸਵੀਰ ਵਿੱਚ। ਐਜ਼ ਫॉर ਮਾਈ ਗ੍ਰੈਂਡ ਮਦਰ ਬੀਇੰਗ ਯੰਗ ਐਂਡ ਪ੍ਰਿਟੀ ਦ ਥੋਟ ਵਾਜ਼ ਆਲਮੋਸਟ ਰਿਵੋਲਟਿੰਗ। ਕਿ ਮੈਂ ਜਦ ਆਪਣੀ ਗ੍ਰੈਂਡ ਮਦਰ ਦੇ ਬਾਰੇ ਸੋਚਦੀ ਹਾਂ ਕਿ ਉਹ ਯੰਗ ਸੀ, ਸੋਹਣੀ ਸੀ, ਉਹਨਾਂ ਨੂੰ ਸੋਚਦੇ ਹੋਏ ਤਾਂ ਮੈਨੂੰ ਤਾਂ ਇਹ ਬਹੁਤ ਹੀ ਮਤਲਬ ਬਗਾਵਤ ਭਰੀ ਗੱਲ ਲੱਗਦੀ ਹੈ। ਇਹ ਵਿਚਾਰ ਲੱਗਦਾ ਹੈ ਕਿ ਮਤਲਬ ਇਹਨਾਂ ਦੀ ਵਾਈਫ ਸੀਗੇ ਉਹ। ਸ਼ੀ ਆਫਨ ਟੋਲਡ ਅਸ ਆਫ ਦ ਗੇਮਸ ਸ਼ੀ ਯੂਜ਼ ਟੂ ਪਲੇ ਐਜ਼ ਅ ਚਾਈਲਡ। ਜਿਹੜੇ ਦਾਦੀ ਸੀਗੇ ਉਹਨਾਂ ਨੂੰ ਅਕਸਰ ਆਪਣੇ ਬਚਪਨ ਦੀਆਂ ਗੇਮਸ ਜਿਹੜੀਆਂ ਹੈ ਜੋ ਖੇਡਦੇ ਸੀ ਉਹਦੇ ਬਾਰੇ ਦੱਸਦੇ ਰਹਿੰਦੇ ਸੀ। That seemed quite absurd and undignified on her part, and we treated it like the fable of the prophets she used to tell us. ਠੀਕ ਹੈ, ਕਿ ਸਾਨੂੰ ਇਹ ਇੱਦਾਂ ਲੱਗਦਾ ਸੀਗਾ ਕਿ ਬੇਹੁਦਾ, ਐਬਸਰਡ ਮਤਲਬ ਬੇਹੁਦਾ, ਵਧੀਆ ਨਹੀਂ ਲੱਗਦਾ ਸੀ ਸਾਨੂੰ, ਹੈ ਨਾ। ਐਂਡ ਅਨਡਿਗਨੀਫਾਈਡ ਮਤਲਬ ਕਿ ਸਾਨੂੰ ਇਸ ਲਈ ਲੱਗਦਾ ਸੀਗਾ ਕਿ ਅਸੀਂ
ਜਾਂ ਤੁਸੀਂ ਕਹਿ ਸਕਦੇ ਹੋ ਕਿ ਅਸ਼ੋਭਜਨਕ ਲੱਗਦਾ ਸੀ ਕਿ ਉਹ ਆਪਣੀ ਇੱਦਾਂ ਦੀਆਂ ਗੱਲਾਂ ਸਾਨੂੰ ਸੁਣਾਉਂਦੇ ਸੀ, ਔਰ ਅਸੀਂ ਉਹਨਾਂ ਨੂੰ ਇੱਦਾਂ ਲੱਗਦੇ ਸੀ, ਫੈਬਲ ਮਤਲਬ ਕਾਲਪਨਿਕ ਕਹਾਣੀਆਂ ਜਿਹੜੀ ਹੁੰਦੀਆਂ ਨਾ, ਜਿਹੜੇ ਸਾਡੀ ਦਾਦੇ ਦਾਦੀਆਂ ਸੁਣਾਉਂਦੇ ਸੀਗੇ, ਅਤੇ ਉਹ ਇੱਦਾਂ ਲੱਗਦਾ ਸੀਗਾ ਕਿ ਸੰਤ ਮਹਾਤਮਾਵਾਂ ਦੀਆਂ ਕਹਾਣੀਆਂ ਸਾਨੂੰ ਉਪਦੇਸ਼ ਦੇਣ ਲਈ ਜਿੱਦਾਂ ਸੁਣਾਉਂਦੇ ਸੀ, ਸਾਨੂੰ ਉਵੇਂ ਜਿਹਾ ਹੀ ਲੱਗਦਾ ਸੀ। She had always been short and fat and slightly bent. ਉਹ ਹਮੇਸ਼ਾ ਹੀ ਛੋਟੀ, ਮਤਲਬ ਆਪਣੀ ਹਾਈਟ ਦੀ ਗੱਲ ਕਰ ਰਹੇ, ਛੋਟੀ ਜਿਹੀ ਅਤੇ ਥੋੜ੍ਹੀ ਮੋਟੀ ਅਤੇ ਥੋੜ੍ਹੀ ਜਿਹੀ ਕੁੱਬੀ ਸੀਗੇ। Her face was a crisscross of wrinkles running from everywhere to everywhere. ਕਿ ਉਹਨਾਂ ਦਾ ਪੂਰਾ ਜਿਹੜਾ ਫੇਸ ਸੀਗਾ ਉਹ ਸਿੱਧੀ ਰੇਖਾਵਾਂ ਜੋ ਕਿ ਇੱਕ ਦੂਸਰੇ ਨੂੰ ਕੱਟ ਰਹੀਆਂ ਸੀ, ਉਸ ਦੇ ਨਾਲ ਭਰਿਆ ਹੋਇਆ ਸੀਗਾ, ਜੋ ਕਿ ਇੱਧਰ ਉੱਧਰ ਸੀਗੀਆਂ। ਯਾਨੀ ਉਹਦਾ ਪੂਰਾ ਫੇਸ ਜਿਹੜਾ ਹੈ, ਲੇਖਕ ਕਹਿਣਾ ਚਾਹੁੰਦਾ ਕਿ ਉਹਦਾ ਪੂਰਾ ਫੇਸ ਜਿਹੜਾ ਹੈ ਝੁਰੀਆਂ ਨਾਲ ਭਰਿਆ ਹੋਇਆ ਸੀਗਾ। No, we were certain she had always been as we had known her. ਕਿ ਆਪਾਂ ਹੁਣ ਸਾਨੂੰ ਵਿਸ਼ਵਾਸ ਹੋ ਗਿਆ ਸੀਗਾ ਕਿ ਉਹ ਇਵੇਂ ਹੀ ਸੀਗੇ ਜਿਵੇਂ ਅਸੀਂ ਉਹਨਾਂ ਨੂੰ ਦੇਖਦੇ ਹਾਂ। ਉਹ ਜਵਾਨ ਨਹੀਂ ਸੀਗੇ, ਮਤਲਬ ਉਹ ਬੁੱਢੇ ਹੀ ਸੀਗੇ। Old, so terribly old that she could not have grown older and had stayed at the same age for 20 years. ਕਿ ਉਹ ਇੰਨੇ ਭਿਆਨਕ ਤਰੀਕੇ ਨਾਲ ਬੁੱਢੇ ਸੀਗੇ ਕਿ ਉਸ ਤੋਂ ਬਾਅਦ ਸਾਨੂੰ ਲੱਗਦਾ ਹੀ ਨਹੀਂ ਕਿ ਉਹ 20 ਸਾਲਾਂ ਤੋਂ ਹੋਰ ਬੁੱਢੇ ਹੋਏ ਹੈ, ਕਿ ਉਹ 20 ਸਾਲਾਂ ਤੋਂ ਇੱਕ ਹੀ ਏਜ ਵਿੱਚ ਲੱਗ ਰਹੇ ਸੀਗੇ, ਕਿ 20 ਸਾਲਾਂ ਤੋਂ ਇੱਕੋ ਹੀ ਏਜ ਗਰੁੱਪ ਦੇ ਸੀਗੇ, ਕਿ ਉਹ ਉਸੇ ਗਰੁੱਪ ਵਿੱਚ ਸੀਗੇ, ਹੋਰ ਜ਼ਿਆਦਾ ਬੁੱਢੇ ਹੋ ਹੀ ਨਹੀਂ ਸਕਦੇ ਸੀਗੇ, ਉਹ ਇੰਨੇ ਬੁੱਢੇ ਸੀਗੇ। She could never have been pretty, but she was always beautiful. ਉਹ ਕਦੀ ਵੀ ਸੋਹਣੇ ਨਹੀਂ ਸੀਗੇ, ਲੇਕਿਨ ਉਹ ਹਮੇਸ਼ਾ ਆਕਰਸ਼ਕ ਲੱਗਦੇ ਸੀਗੇ, ਆਕਰਸ਼ਕ ਦਿਖਦੇ ਸੀਗੇ। She hobbled about the house in spotless white with one hand resting on her waist to balance her stoop and the other telling the beads of a rosary. ਠੀਕ ਹੈ, ਹੌਬਲਡ ਹੁੰਦਾ ਹੈ ਕਿ ਉਹ ਵ੍ਰਿਧ ਸੀਗੇ, ਇਸ ਕਰਕੇ ਬਹੁਤ ਔਖੇ ਤੁਰਦੇ ਸੀਗੇ। ਠੀਕ ਹੈ, ਤਾਂ ਬਹੁਤ ਮੁਸ਼ਕਿਲ ਨਾਲ ਇੱਧਰ ਘਰ ਵਿੱਚ ਘੁੰਮਦੇ ਰਹਿੰਦੇ ਸੀ। ਉਹਨਾਂ ਨੇ ਚਿੱਟੇ ਕੱਪੜੇ ਪਾਏ ਹੁੰਦੇ ਸੀ, ਬੇਦਾਗ, ਮਤਲਬ ਉੱਤੇ ਕੋਈ ਦਾਗ ਨਹੀਂ ਹੁੰਦਾ ਸੀਗਾ। ਉਹਨਾਂ ਦਾ ਇੱਕ ਹੱਥ ਜਿਹੜਾ ਹੁੰਦਾ ਹੈ ਉਹਨਾਂ ਦੇ ਲੱਕ 'ਤੇ ਹੁੰਦਾ ਸੀਗਾ, ਜੋ ਕਿ ਇੱਕ ਤਰ੍ਹਾਂ ਦਾ ਉਹਨਾਂ ਦੇ ਕੁੱਬ ਨੂੰ ਬੈਲੈਂਸ ਕਰਨ ਲਈ ਹੁੰਦਾ ਸੀਗਾ, ਅਤੇ ਦੂਜਾ ਹੱਥ ਜਿਹੜਾ ਸੀਗਾ ਉਹਦੇ ਨਾਲ ਉਹ ਮਾਲਾ ਦੇ ਮਣਕੇ ਜਿਹੜੇ ਹੈ ਉਹ ਫੇਰਦੇ ਰਹਿੰਦੇ ਸੀਗੇ। ਜਿਵੇਂ ਬਜ਼ੁਰਗ ਹੈ ਮਾਲਾ ਫੇਰਦੇ ਫਿਰਦੇ ਜੋ ਵੀ ਉਹਨਾਂ ਦੇ ਸ਼ਬਦ ਹੁੰਦੇ ਹੈ ਜਾਂ ਜੋ ਵੀ ਉਹਨਾਂ ਦਾ ਜਾਪ ਕਰਦੇ ਰਹਿੰਦੇ ਸੀਗੇ, ਉਹ ਇਸ ਤਰੀਕੇ ਨਾਲ। Her silver locks were scattered untidily over her pale, puckered face, and her lips constantly moved in inaudible prayers. ਉਹਨਾਂ ਦੇ ਜਿਹੜੇ ਚਿੱਟੇ ਵਾਲ ਸੀਗੇ, ਚਾਂਦੀ ਵਰਗੇ ਵਾਲ ਸੀਗੇ, ਲਟਾਵਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਪੀਲੇ ਸੁੰਘੜੇ ਹੋਏ ਚਿਹਰੇ ਉੱਤੇ ਇੱਧਰ ਉੱਧਰ ਫੈਲੀਆਂ ਲਟਕਦੀਆਂ ਪਈਆਂ ਸੀਗੀਆਂ, ਅਤੇ ਉਹਨਾਂ ਦੇ ਲਿਪਸ ਜਿਹੜੇ ਸੀਗੇ ਉਹ ਲਗਾਤਾਰ ਮੂਵ ਹੁੰਦੇ ਰਹਿੰਦੇ ਸੀਗੇ। ਅਨਆਡੀਬਲ ਪ੍ਰੇਅਰ ਯਾਨੀ ਕਿ ਜਿਹੜੀ ਸੁਣੀ ਨਾ ਜਾ ਸਕੇ, ਉਹ ਉਹਨਾਂ ਦੇ ਬੁੱਲ ਹਿਲਦੇ ਰਹਿੰਦੇ ਸੀਗੇ, ਲੇਕਿਨ ਉਹਨਾਂ ਦੀ ਪ੍ਰੇਅਰ ਜਿਹੜੀ ਹੈ ਉਹ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਸੀ, ਉਹ ਮੌਨ ਪਾਠ ਕਰਦੇ ਸੀਗੇ। ਯੈਸ ਸ਼ੀ ਵਾਜ਼ ਬਿਊਟੀਫੁਲ, ਹਾਂ ਉਹ ਬਹੁਤ ਹੀ ਆਕਰਸ਼ਕ ਸੀਗੇ। ਸ਼ੀ ਵਾਜ਼ ਲਾਈਕ ਦ ਵਿੰਟਰ ਲੈਂਡਸਕੇਪ ਇਨ ਦ ਮਾਊਂਟੇਨਸ, an expanse of pure white serenity, breathing peace and contentment. ਠੀਕ ਹੈ, ਉਹ ਕਿਵੇਂ ਸੀਗੇ? ਉਹ ਸ਼ੁੱਧ ਸਫੇਦ, ਸ਼ਾਂਤ ਅਤੇ ਸਥਿਰ ਫੈਲਾਅ, ਅਤੇ ਜਿਸ ਦੇ ਤੁਸੀਂ ਕਹਿ ਸਕਦੇ ਹੋ ਜਿਹੜਾ ਇਹ ਵਰਡ ਹੈ ਕਿ ਉਹ ਜਿਹੜੇ she was like the winter landscape in the mountains, ਕਿ ਉਹ ਇਸ ਤਰੀਕੇ ਦੇ ਸੀ, ਉਹ ਪਹਾੜਾਂ ਵਿੱਚ ਸਰਦੀਆਂ ਦੇ ਭੂਦ੍ਰਿਸ਼, ਲੈਂਡਸਕੇਪ ਆਪਾਂ ਕਹਿੰਦੇ ਨਾ, ਭੂਦ੍ਰਿਸ਼ ਜਿਹੜਾ ਹੈ ਉਹਨਾਂ ਵਰਗੇ ਸੀਗੇ। ਐਂਡ ਐਕਸਪੈਂਸ ਹੁੰਦਾ ਫੈਲਾਅ, ਉਹ ਸ਼ੁੱਧ ਸਫੇਦ, ਸ਼ਾਂਤ ਅਤੇ ਸਥਿਰ ਫੈਲਾਅ ਸੀ, ਜਿਸ ਦੇ ਸਾਹਾਂ ਵਿੱਚ ਸ਼ਾਂਤੀ ਅਤੇ ਸੰਤੋਖ ਭਰਿਆ ਸੀਗਾ। ਯਾਨੀ ਉਹਨਾਂ ਦੇ ਸਾਹਾਂ ਵਿੱਚ ਸ਼ਾਂਤੀ ਅਤੇ ਸੰਤੋਖ ਭਰਿਆ ਹੋਇਆ ਸੀਗਾ। ਆਪਾਂ ਸੈਰੈਨਿਟੀ ਵਰਡ ਯੂਜ਼ ਕਰਦੇ, ਇਹ ਹੁੰਦਾ ਸ਼ਾਂਤ ਅਤੇ ਸਥਿਰ। ਪੀਸ ਮਤਲਬ ਸ਼ਾਂਤੀ, ਅਤੇ ਕੰਟੈਂਟਮੈਂਟ ਹੁੰਦਾ ਹੈ ਸੈਟਿਸਫੈਕਸ਼ਨ, ਜਾਂ ਅਸੀਂ ਇਹਨੂੰ ਕਹਿ ਸਕਦੇ ਸੰਤੋਖ। ਅਤੇ ਉਹਨਾਂ ਦੇ ਸਾਹ ਜਿਹੜੇ ਸੀਗੇ ਉਹ ਸ਼ਾਂਤੀ ਅਤੇ ਸੰਤੋਖ ਨਾਲ ਭਰੇ ਹੋਏ ਸੀਗੇ। ਮਾਈ ਗ੍ਰੈਂਡਮਦਰ ਐਂਡ ਆਈ ਵਰ ਗੁੱਡ ਫਰੈਂਡਸ, ਮੈਂ ਅਤੇ ਮੇਰੀ ਦਾਦੀ ਜਿਹੜੇ ਸੀਗੇ ਅਸੀਂ ਬਹੁਤ ਚੰਗੇ ਦੋਸਤ ਸੀਗੇ।
My parents left me with her when they went to live in the city and we were constantly together. कि ਮੇਰੇ ਪੇਰੈਂਟਸ ਜਿਹੜੇ ਹੈ ਮੇਰੇ ਮਾਪੇ ਮੈਨੂੰ ਇੱਥੇ ਛੱਡ ਗਏ ਸੀਗੇ ਜਦੋਂ ਉਹ ਸਿਟੀ ਵਿੱਚ ਸ਼ਹਿਰ ਵਿੱਚ ਰਹਿਣ ਚਲੇ ਗਏ ਸੀਗੇ ਔਰ ਅਸੀਂ ਉਸ ਵੇਲੇ ਤੋਂ ਆਪਾਂ ਲਗਾਤਾਰ ਆਪਾਂ ਇਕੱਠੇ ਹੀ ਰਹਿ ਰਹੇ ਸੀਗੇ. She used to wake me up in the morning and get me ready for school. ਉਹ ਮੈਨੂੰ ਸਵੇਰੇ ਉਠਾਉਂਦੇ ਸੀਗੇ ਅਤੇ ਮੈਨੂੰ ਸਕੂਲ ਦੇ ਲਈ ਤਿਆਰ ਕਰਦੇ ਸੀਗੇ. She said her morning prayers in a monotonous sing song while she bathed and dressed me in hope that I would listen and get to know it by heart. ਉਹ ਕਿਵੇਂ ਕਰਦੇ ਸੀਗੇ ਜਦ ਮੈਨੂੰ ਨਵਾਉਂਦੇ ਸੀਗੇ ਜਾਂ ਮੈਨੂੰ ਡਰੈਸ ਪਹਿਨਾ ਰਹੇ ਹੁੰਦੇ ਸੀਗੇ ਉਹ ਆਪਣੀ ਜੋ ਉਹਨਾਂ ਦੀ ਸਵੇਰ ਦਾ ਪਾਠ ਹੁੰਦਾ ਸੀਗਾ ਉਹਨੂੰ ਇੱਕ ਹੀ ਸੁਰ ਵਿੱਚ ਬੋਲਦੇ ਰਹਿੰਦੇ ਸੀਗੇ ਇਸ ਉਮੀਦ ਦੇ ਨਾਲ ਕਿ ਮੈਂ ਇਸ ਨੂੰ ਸੁਣਦਾ ਰਹਾਂ ਅਤੇ ਹੌਲੀ ਹੌਲੀ ਮੇਰੀ ਵੀ ਇਹ ਜ਼ੁਬਾਨੀ ਜਿਹੜਾ ਮੈਨੂੰ ਵੀ ਯਾਦ ਹੋ ਜਾਵੇ. ਠੀਕ ਹੈ, ਜਿਵੇਂ ਬਜ਼ੁਰਗ ਹੁੰਦੇ ਆ ਉਹ ਪ੍ਰੇਅਰ ਕਰਦੇ ਰਹਿੰਦੇ ਆ ਬੱਚਿਆਂ ਨੂੰ ਜੋ ਵੀ ਕੰਮ ਕਰਦੇ ਨਾਲ ਨਾਲ ਆਪਣੀ ਪ੍ਰੇਅਰ ਕਰਦੇ ਰਹਿੰਦੇ ਆ. ਉਹਨਾਂ ਦਾ ਇੱਕ ਮੰਤਵ ਇਹ ਵੀ ਹੁੰਦਾ ਹੈ ਕਿ ਸਾਡੇ ਬੱਚੇ ਦੇ ਕੰਨਾਂ 'ਚ ਵੀ ਇਹ ਸ਼ਬਦ ਆਉਣ ਅਤੇ ਬੱਚਾ ਵੀ ਇਹ ਸ਼ਬਦ ਜਿਹੜੇ ਹੈ ਸਿੱਖੇ ਯਾਨੀ ਉਹਨਾਂ ਨੂੰ ਇੱਕ ਤਰ੍ਹਾਂ ਧਰਮ ਦੇ ਨਾਲ ਜੋੜਨ ਦੇ ਲਈ ਆਪਣੇ ਜਿਹਨੂੰ ਵੀ ਆਪਾਂ ਮੰਨਦੇ ਹਾਂ ਉਹਦੇ ਨਾਲ ਜੋੜਨ ਲਈ ਬੱਚਿਆਂ 'ਚ ਇੱਦਾਂ ਦੀ ਚੀਜ਼ਾਂ ਪੈਦਾ ਕਰਨ ਲਈ ਇਹ ਬਜ਼ੁਰਗ ਕਰਦੇ ਨੇ. I listened because I loved her voice but never bothered to learn it. ਮੈਂ ਇਹ ਸੁਣਦਾ ਸੀਗਾ ਲੇਕਿਨ ਕਿਉਂਕਿ ਮੈਨੂੰ ਉਹਨਾਂ ਦੀ ਆਵਾਜ਼ ਚੰਗੀ ਲੱਗਦੀ ਸੀ ਲੇਕਿਨ ਮੈਂ ਕਦੀ ਬਟ ਨੈਵਰ ਬੋਦਰ ਟੂ ਲਰਨ ਮੈਂ ਇਸ ਨੂੰ ਯਾਦ ਕਰਨ ਦੀ ਪਰਵਾਹ ਨਹੀਂ ਕਦੀ ਕੀਤੀ. ਮਤਲਬ ਮੈਨੂੰ ਯਾਦ ਨਹੀਂ ਕੀਤਾ, ਮੈਂ ਸੁਣਦਾ ਜ਼ਰੂਰ ਸੀਗਾ ਲੇਕਿਨ ਇਸ ਕਰਕੇ ਸੁਣਦਾ ਸੀ ਕਿਉਂਕਿ ਉਹ ਬਹੁਤ ਅੱਛਾ ਗਾਉਂਦੇ ਸੀ, ਮੈਨੂੰ ਉਹਨਾਂ ਦੀ ਆਵਾਜ਼ ਅੱਛੀ ਲੱਗਦੀ ਸੀ. Then she would fetch my wooden slate which she had already washed and plastered with yellow chalk, a tiny earthen ink pot and a reed pen. Tie them all in a bundle and hand it to me. ਫਿਰ ਉਹ ਕੀ ਕਰਦੇ ਸੀਗੇ ਜਿਹੜੀ ਆਪਾਂ ਕਹਿੰਦੇ ਲੱਕੜੀ ਦੀ ਫੱਟੀ ਬਣਾਈ ਹੁੰਦੀ ਸੀ ਪਿੰਡਾਂ ਵਿੱਚ ਹੁਣ ਵੀ ਯੂਜ਼ ਹੁੰਦੀ ਹੈ ਫੱਟੀ. ਉਹ ਫੱਟੀ ਲਿਆ ਕੇ ਲੈ ਕੇ ਲਿਆਉਂਦੇ ਸੀਗੇ ਜੋ ਕਿ ਪਹਿਲੇ ਉਹਨਾਂ ਨੇ ਧੋਤੀ ਹੁੰਦੀ ਸੀ ਅਤੇ ਉਹਦੇ ਉੱਤੇ ਚਿੱਟੇ ਰੰਗ ਦਾ ਚੌਕ ਪੀਲੇ ਰੰਗ ਦਾ ਚੌਕ ਜਿਹੜਾ ਹੁੰਦਾ ਜਿਹਨੂੰ ਅਸੀਂ ਗਾਚੀ ਕਹਿੰਦੇ ਹੈਗਾ ਉਹਦੇ ਉੱਤੇ ਗਾਚਣੀ ਫੇਰੀ ਹੁੰਦੀ ਸੀਗੀ. ਠੀਕ ਹੈ, ਅਤੇ ਉਸ ਦੇ ਨਾਲ ਹੀ ਮਿੱਟੀ ਦੀ ਜਿਹੜੀ ਇੰਕ ਪੋਟ ਹੈ ਸ਼ਾਇਦ ਹੀ ਦਵਾਤ ਹੈ ਅਤੇ ਰੀਡ ਪੈਨ ਹੁੰਦਾ ਹੈ ਕਾਨਿਆਂ ਦਾ ਬਣੀ ਹੋਈ ਕਲਮ ਨੂੰ ਆਪਾਂ ਰੀਡ ਪੈਨ ਕਹਿੰਦੇ ਹਾਂ. ਪੁਰਾਣੇ ਜ਼ਮਾਨੇ ਵਿੱਚ ਪੈਨ ਵਗੈਰਾ ਨਹੀਂ ਹੁੰਦੇ ਸੀਗੇ ਕਾਨੇ ਦੇ ਬਣਾਉਂਦੇ ਸੀ ਲੋਕ ਕਲਮਾਂ ਘੜਦੇ ਸੀਗੇ ਅਤੇ ਉਹ ਜਿਹੜੀ ਕਲਮ ਹੈ ਇਹਨਾਂ ਸਾਰਿਆਂ ਨੂੰ ਉਹ ਇੱਕ ਪੋਟਲੀ ਵਿੱਚ ਬੰਨ੍ਹ ਕੇ ਮੈਨੂੰ ਫੜਾ ਦਿੰਦੇ ਸੀਗੇ. After breakfast of a thick steel chapati with a little butter and sugar spread on it, we went to the school. ਮਤਲਬ ਅਸੀਂ ਬ੍ਰੇਕਫਾਸਟ ਕਰਨ ਤੋਂ ਬਾਅਦ ਬ੍ਰੇਕਫਾਸਟ 'ਚੋਂ ਕੀ ਲੈਂਦੇ ਸੀਗੇ ਸਟੀਲ ਮਤਲਬ ਹੁੰਦਾ ਪਈਆਂ ਰਾਤ ਦੀਆਂ ਤੁਸੀਂ ਕਹਿ ਸਕਦੇ ਹੋ ਰੋਟੀਆਂ ਮੋਟੀਆਂ ਥਿੱਕ ਰੋਟੀਆਂ ਜਿਹੜੀਆਂ ਰਾਤ ਦੀਆਂ ਪਈਆਂ ਹੁੰਦੀਆਂ ਸੀ ਉੱਤੇ ਥੋੜ੍ਹਾ ਜਿਹਾ ਬਟਰ ਲਗਾ ਕੇ ਮੱਖਣ ਲਗਾ ਕੇ ਅਤੇ ਚੀਨੀ ਲਾ ਕੇ ਉਹ ਮੈਨੂੰ ਖਵਾ ਦਿੰਦੇ ਸੀਗੇ ਅਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਸਕੂਲ ਲਈ ਨਿਕਲ ਜਾਂਦੇ ਸੀ. ਵੀ ਵੈਂਟ ਟੂ ਦਾ ਸਕੂਲ ਅਸੀਂ ਸਕੂਲ ਚਲੇ ਜਾਂਦੇ ਸੀ. ਸ਼ੀ ਕੈਰੀਡ ਸੈਵਰਲ ਸਟੀਲ ਚਪਾਤੀਸ ਵਿਦ ਹਰ ਫॉर द ਵਿਲੇਜ ਡੌਗਸ. ਉਹ ਬਹੁਤ ਸਾਰੀਆਂ ਜਿਹੜੀਆਂ ਬਹੀਆਂ ਰੋਟੀਆਂ ਜਿਹੜੀਆਂ ਹੈ ਉਹ ਆਪਣੇ ਨਾਲ ਹੀ ਲੈ ਚੱਲਦੇ ਸੀਗੇ ਪਿੰਡ ਦੇ ਕੁੱਤਿਆਂ ਲਈ. My grandmother always went to school with me because the school was attached to the temple. ਮੇਰੇ ਜਿਹੜੇ ਗ੍ਰੈਂਡਮਦਰ ਸੀ ਉਹ ਹਮੇਸ਼ਾ ਮੇਰੇ ਨਾਲ ਸਕੂਲ ਜਾਂਦੇ ਸੀਗੇ ਕਿਉਂਕਿ ਜਿਹੜਾ ਸਕੂਲ ਸੀਗਾ ਉਹ ਟੈਂਪਲ ਦੇ ਨਾਲ ਹੀ ਅਟੈਚ ਸੀਗਾ. ਯਾਨੀ ਤੁਸੀਂ ਕਹਿ ਸਕਦੇ ਹੋ ਕਿ ਸਕੂਲ ਦੇ ਟੈਂਪਲ ਵਿੱਚ ਟੈਂਪਲ ਤੁਸੀਂ ਚਾਹੇ ਮੰਦਰ ਲੈ ਲਓ ਚਾਹੇ ਗੁਰਦੁਆਰਾ ਲੈ ਲਓ ਇਹ ਐਕਸਪਲੇਨ ਨਹੀਂ ਹੈ. ਅਤੇ ਅਸੀਂ ਕਿਉਂਕਿ ਉਹ ਸਿੱਖ ਧਰਮ ਨੂੰ ਬਿਲੋਂਗ ਕਰਦੇ ਸੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਗੁਰਦੁਆਰਾ ਸੀ ਉਹਦੇ ਵਿੱਚ ਹੀ ਸਕੂਲ ਖੁੱਲ੍ਹਿਆ ਹੋਇਆ ਸੀ. The priest taught us the alphabet and the morning prayer. ਜਿਹੜਾ ਪ੍ਰੀਸਟ ਹੁੰਦਾ ਹੈ ਜਿਹੜਾ ਪੁਜਾਰੀ ਕਹਿ ਸਕਦੇ ਹੋ ਜਾਂ ਜੇ ਉਹ ਗੁਰਦੁਆਰੇ ਜਾਂਦੇ ਸੀਗੇ ਤਾਂ ਪਾਠੀ ਜਿਹੜਾ ਸੀਗਾ ਉਹ ਉਹਨਾਂ ਨੂੰ ਅਲਫਾਬੈਟ ਸਿਖਾਉਂਦਾ. ਅਲਫਾਬੈਟ ਹੁੰਦਾ ਵਰਨਮਾਲਾ. ਠੀਕ ਹੈ, ਉਹ ਸਿਖਾਉਂਦਾ ਸੀ ਅਤੇ ਉਹਨਾਂ ਨੂੰ ਮੋਰਨਿੰਗ ਪ੍ਰੇਅਰ ਸਵੇਰ ਦੀ ਜਿਹੜੀ ਪ੍ਰਾਰਥਨਾ ਹੈ ਉਹ ਸਿਖਾਉਂਦਾ ਸੀਗਾ. While the children sat in rows on either side of the veranda singing the alphabet or the prayer in a chorus, my grandmother sat inside reading the scriptures. ਜਿਵੇਂ ਬੱਚੇ ਜਿਹੜੇ ਹੈ ਉਹ ਕਤਾਰਾਂ ਬਣਾ ਕੇ ਵਰਾਂਡੇ ਦੇ ਦੋਵੇਂ ਪਾਸੇ ਬਹਿ ਜਾਂਦੇ ਸੀਗੇ ਅਤੇ ਉੱਚੀ ਵਰਨਮਾਲਾ ਜਾਂ ਪ੍ਰਾਰਥਨਾ ਜਿਹੜੀ ਹੈ ਉਹ
ਬਾਰ-ਬਾਰ ਬੋਲ-ਬੋਲ ਕੇ ਦੁਹਰਾਉਂਦੇ ਸੀ ਉਹਨੂੰ ਯਾਦ ਕਰਨ ਲਈ। ਜਿਹੜੇ ਮੇਰੇ ਗ੍ਰੈਂਡਮਦਰ ਸੀਗੇ ਉਹ ਅੰਦਰ ਚਲੇ ਜਾਂਦੇ ਸੀਗੇ ਗੁਰਦੁਆਰੇ ਦੇ, ਅਤੇ ਉੱਥੇ ਉਹ ਧਾਰਮਿਕ ਗ੍ਰੰਥ ਜਿਹੜੇ ਸੀ ਉਹ ਪੜ੍ਹਦੇ ਸੀਗੇ, ਰੀਡਿੰਗ ਕਰਦੇ ਸੀਗੇ। ਠੀਕ ਹੈ। ਵੈਨ ਵੀ ਹੈਡ ਬੋਥ ਫਿਨਿਸ਼ਡ ਵੀ ਵੁੱਡ ਵੋਕ ਬੈਕ ਟੂਗੈਦਰ। ਜਦੋਂ ਸਾਡੇ ਦੋਨਾਂ ਦਾ ਕੰਮ ਖਤਮ ਹੋ ਜਾਂਦਾ ਸੀਗਾ, ਮੈਂ ਆਪਣੀ ਪੜ੍ਹਾਈ ਫਿਨਿਸ਼ ਕਰ ਲੈਂਦਾ ਸੀ ਤਾਂ ਮੇਰੀ ਦਾਦੀ ਆਪਣਾ ਜੋ ਰੀਡਿੰਗ ਕਰ ਰਹੇ ਹੁੰਦੇ ਸੀ ਆਪਣੇ ਸਕ੍ਰਿਪਚਰ ਜਾਂ ਧਾਰਮਿਕ ਗ੍ਰੰਥ, ਉਹ ਆਪਣਾ ਕੰਮ ਖਤਮ ਕਰ ਲੈਂਦੇ ਸੀ ਰੀਡਿੰਗ ਕਰਕੇ, ਅਤੇ ਅਸੀਂ ਦੋਨੋਂ ਹੀ ਪੈਦਲ ਆਪਣੇ ਘਰ ਵੱਲ ਨਿਕਲ ਜਾਂਦੇ ਸੀ, ਅਸੀਂ ਵਾਪਸ ਆ ਜਾਂਦੇ ਸੀ। ਦਿਸ ਟਾਈਮ ਦ ਵਿਲੇਜ ਡੌਗਸ ਵੁੱਡ ਮੀਟ ਅਸ ਐਟ ਦ ਟੈਂਪਲ ਡੋਰ। ਇਸ ਵੇਲੇ ਜਿਹੜੇ ਪਿੰਡ ਦੇ ਕੁੱਤੇ ਸੀਗੇ ਉਹ ਸਾਨੂੰ ਮਿਲਦੇ ਸੀਗੇ ਉਸ ਮੰਦਰ ਦੇ ਜਾਂ ਉਸ ਗੁਰਦੁਆਰੇ ਦੇ ਦਰਵਾਜ਼ੇ 'ਤੇ। They followed us to our home, growling and fighting with each other for chapatis we threw to them. ਉਹ ਸਾਨੂੰ ਫੋਲੋ ਕਰਦੇ ਸੀ। ਫੋਲੋ ਕਰਨਾ ਮਤਲਬ ਪਿੱਛੇ ਪਿੱਛੇ ਆਉਣਾ, ਆਪਣੇ ਸਾਡੇ ਘਰ ਤੱਕ ਸਾਨੂੰ ਫੋਲੋ ਕਰਦੇ ਸੀਗੇ। ਗਰੋਲਿੰਗ ਕਰਨਾ ਯਾਨੀ ਗੁਰਾਉਂਦੇ ਹੋਏ, ਅਤੇ ਇੱਕ ਦੂਜੇ ਨਾਲ ਜੋ ਅਸੀਂ ਉਹਨਾਂ ਨੂੰ ਚਪਾਤੀਸ ਮੇਰੀ ਦਾਦੀ ਦੇ ਦਿੰਦੇ ਸੀਗੇ ਨਾ, ਉਹਨਾਂ ਲਈ ਲੜਦੇ ਲੜਦੇ ਉਹ ਸਾਨੂੰ ਘਰ ਤੱਕ ਸਾਡਾ ਪਿੱਛਾ ਕਰਦੇ ਸੀਗੇ। When my parents were comfortably settled in the city, they sent for us. ਜਦ ਮੇਰੇ ਮਾਪਿਓ ਮਤਲਬ ਮੇਰੇ ਪੇਰੈਂਟਸ ਜਿਹੜੇ ਹੈਗੇ ਉਹ ਚੰਗੀ ਤਰ੍ਹਾਂ ਸਿਟੀ ਵਿੱਚ ਸੈਟਲ ਹੋ ਗਏ, ਉਹਨਾਂ ਨੇ ਸਾਨੂੰ ਦੋਨਾਂ ਨੂੰ ਉੱਥੇ ਬੁਲਾ ਲਿਆ, ਸੱਦ ਲਿਆ ਸਾਨੂੰ ਉੱਥੇ। ਦੈਟ ਵਾਜ਼ ਅ ਟਰਨਿੰਗ ਪੁਆਇੰਟ ਇਨ ਆਵਰ ਫਰੈਂਡਸ਼ਿਪ। ਇਹ ਸਾਡੀ ਫਰੈਂਡਸ਼ਿਪ ਵਿੱਚ, ਸਾਡੀ ਦੋਸਤੀ ਵਿੱਚ ਇੱਕ ਨਵਾਂ ਮੋੜ ਸੀ। ਆਲਥੋ ਵੀ ਸ਼ੇਅਰਡ ਦ ਸੇਮ ਰੂਮ, ਮਾਈ ਗ੍ਰੈਂਡਮਦਰ ਨੋ ਲੋਂਗਰ ਕੇਮ ਟੂ ਸਕੂਲ ਵਿਦ ਮੀ। ਭਾਵੇਂ ਅਸੀਂ ਇੱਕੋ ਹੀ ਕਮਰੇ ਵਿੱਚ ਰਹਿੰਦੇ ਸੀ, ਲੇਕਿਨ ਮੇਰੀ ਜਿਹੜੀ ਦਾਦੀ ਸੀਗੇ ਉਹ ਮੇਰੇ ਨਾਲ ਹੁਣ ਸਕੂਲ ਨਹੀਂ ਜਾਂਦੇ ਸੀਗੇ। ਆਈ ਯੂਜ਼ ਟੂ ਗੋ ਟੂ ਐਨ ਇੰਗਲਿਸ਼ ਸਕੂਲ ਇਨ ਅ ਮੋਟਰ ਬੱਸ। ਕਿ ਮੈਂ ਹੁਣ ਇੱਕ ਇੰਗਲਿਸ਼ ਸਕੂਲ 'ਚ ਜਾਂਦਾ ਸੀ ਅਤੇ ਮੋਟਰ ਬੱਸ 'ਤੇ ਜਾਂਦਾ ਸੀ। ਫਿਰ ਓਬਵੀਅਸਲੀ ਮੋਟਰ ਬੱਸ ਲੱਗੀ ਹੋਏਗੀ ਇਹਦਾ ਮਤਲਬ ਸਕੂਲ ਦੂਰ ਸੀਗਾ, ਅਤੇ ਦਾਦੀ ਹੁਣ ਨਹੀਂ ਜਾ ਪਾਉਂਦੇ ਸੀਗੇ ਉਹਨਾਂ ਦੇ ਨਾਲ। There were no dogs in the streets and she took to feeding sparrows in the courtyard of our city house. ਕਿ ਹੁਣ ਇੱਥੇ ਪਿੰਡ ਦੀ ਗਲੀਆਂ ਵਾਂਗੂ ਗਲੀਆਂ ਵਿੱਚ ਕੁੱਤੇ ਤਾਂ ਸੀਗੇ ਨਹੀਂ, ਇਸ ਕਰਕੇ ਹੁਣ ਜਿਹੜੇ ਮੇਰੇ ਦਾਦੀ ਸੀਗੇ ਉਹਨਾਂ ਨੇ ਜਿਹੜਾ ਸਾਡਾ ਸਿਟੀ ਵਾਲਾ ਘਰ ਸੀਗਾ, ਸ਼ਹਿਰ ਵਾਲਾ ਘਰ ਸੀਗਾ, ਉਹਦੇ ਵਿਹੜੇ ਵਿੱਚ ਚਿੜੀਆਂ ਨੂੰ ਜਿਹੜਾ ਹੈ ਉਹ ਉਹਨਾਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ। ਐਜ਼ ਈਅਰ ਰੋਲਡ ਬਾਏ ਵੀ ਸੌ ਲੈਸ ਆਫ ਈਚ ਅਦਰ। ਜਿਵੇਂ ਜਿਵੇਂ ਸਾਲ ਬੀਤਦੇ ਗਏ ਅਸੀਂ ਇੱਕ ਦੂਜੇ ਨੂੰ, ਸਾਡਾ ਮਿਲਣਾ ਜਿਹੜਾ ਹੈ ਉਹ ਘੱਟ ਹੋ ਗਿਆ। ਪਹਿਲੇ ਵੇਖਣਾ ਅਤੇ ਮਿਲਣਾ ਜਿਹੜਾ ਹੈ ਥੋੜ੍ਹਾ ਘੱਟ ਹੋ ਗਿਆ। ਫॉर ਸਮ ਟਾਈਮ ਸ਼ੀ ਕੰਟੀਨਿਊ ਟੂ ਵੇਕ ਮੀ ਅਪ ਐਂਡ ਗੈਟ ਮੀ ਰੈਡੀ ਫॉर ਸਕੂਲ। ਕੁਝ ਸਮੇਂ ਤੱਕ ਉਹ ਮੈਨੂੰ ਉਵੇਂ ਹੀ ਜਿਹੜਾ ਹੈ ਸਵੇਰੇ ਉਠਾਉਂਦੇ ਰਹੇ, ਮੈਨੂੰ ਤਿਆਰ ਕਰਦੇ ਰਹੇ। ਉਹਨਾਂ ਨੇ ਇਵੇਂ ਮੈਨੂੰ ਉਠਾਉਣਾ ਅਤੇ ਸਕੂਲ ਲਈ ਤਿਆਰ ਕਰਨਾ ਜਾਰੀ ਰੱਖਿਆ। ਵੈਨ ਆਈ ਕੇਮ ਬੈਕ ਸ਼ੀ ਵੁੱਡ ਆਸਕ ਮੀ ਵਾਟ ਦ ਟੀਚਰ ਹੈਡ ਟੌਟ ਮੀ। ਅਤੇ ਜਿੱਦਾਂ ਮੈਂ ਸਕੂਲ ਆਉਂਦਾ ਸੀਗਾ, ਜਦੋਂ ਮੈਂ ਸਕੂਲ ਤੋਂ ਘਰ ਆਉਂਦਾ ਸੀਗਾ ਵਾਪਸ, ਅਤੇ ਉਹ ਮੈਨੂੰ ਪੁੱਛਦੇ ਸੀਗੇ ਕਿ ਟੀਚਰ ਨੇ ਯਾਨੀ ਜੋ ਉਹਨਾਂ ਦਾ ਅਧਿਆਪਕ ਹੈ ਉਹਨਾਂ ਨੇ ਤੁਹਾਨੂੰ ਕੀ ਸਿਖਾਇਆ ਅੱਜ, ਕੀ ਸਿਖਾਇਆ ਤੁਹਾਡੇ ਟੀਚਰ ਨੇ। ਤੁਹਾਡੇ ਗ੍ਰੈਂਡ ਪੇਰੈਂਟਸ ਵੀ ਪੁੱਛਦੇ ਹੋਣਗੇ ਕਿ ਬੱਚਾ ਕੀ ਪੜ੍ਹ ਕੇ ਆਏ, ਉਸੇ ਤਰ੍ਹਾਂ ਉਹਨਾਂ ਦੇ ਵੀ ਗ੍ਰੈਂਡ ਮਦਰ ਪੁੱਛਦੇ ਸੀ ਕਿ ਦੱਸੋ ਅੱਜ ਤੁਹਾਡੇ ਟੀਚਰ ਨੇ ਕੀ ਪੜ੍ਹਾਇਆ। I would tell her English words and the little things of Western science and learning, the laws of gravity, Archimedes' principle, the world being round, etc. ਮੈਂ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਦਾ ਸੀਗਾ, ਜਿੱਦਾਂ ਛੋਟੀ ਛੋਟੀ ਗੱਲਾਂ ਜਿਹੜੀਆਂ ਮੈਂ ਉਹਨਾਂ ਨੂੰ ਅੰਗਰੇਜ਼ੀ ਦੇ ਸ਼ਬਦ ਦੱਸਦਾ ਸੀਗਾ, ਅਤੇ ਉਹਨਾਂ ਨੂੰ ਜਿਹੜੀ ਪੱਛਮੀ ਸਾਇੰਸ ਯਾਨੀ ਪੱਛਮੀ ਵਿਗਿਆਨ ਅਤੇ ਗਿਆਨ ਜਿਹੜਾ ਹੈ, ਗ੍ਰੈਵਿਟੀ ਦਾ ਲਾਅ ਜਿਹੜਾ ਆਪਾਂ ਕਹਿੰਦੇ ਹਾਂ, ਗੁਰੂਤਵਾਕਰਸ਼ਣ ਦਾ ਨਿਯਮ ਹੈ, ਆਰਕਮੀਡੀਜ਼ ਦਾ ਜਿਹੜਾ ਸਿਧਾਂਤ ਹੈ, ਔਰ ਕਿ ਸੰਸਾਰ ਜਿਹੜਾ ਹੈ ਰਾਊਂਡ ਹੈ, ਗੋਲ ਹੈ, ਇੱਦਾਂ ਦੀਆਂ ਪੱਛਮੀ ਸਮਾਜ ਦੀਆਂ ਮੈਂ ਬਹੁਤ ਸਾਰੀਆਂ ਉਹਨਾਂ ਨੂੰ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਉਹ ਮੈਂ ਉਹਨਾਂ ਨੂੰ ਦੱਸਦਾ ਸੀਗਾ। ਦਿਸ ਮੇਡ ਹਰ ਅਨਹੈਪੀ। ਇਸ ਗੱਲ ਨੇ ਉਹਨਾਂ ਨੂੰ ਅਨਹੈਪੀ ਕਰ ਦਿੱਤਾ, ਦੁਖੀ ਕਰ ਦਿੱਤਾ। ਕਿਹਨੂੰ? ਉਹਨਾਂ ਦੀ ਦਾਦੀ ਨੂੰ। ਸ਼ੀ ਕੁਡ ਨਾਟ ਹੈਲਪ ਮੀ ਵਿਦ ਮਾਈ ਲੈਸਨਸ। ਕਿ ਹੁਣ ਉਹ ਮੇਰੇ ਲੈਸਨਸ ਵਿੱਚ ਮੈਨੂੰ ਮਤਲਬ ਪੜ੍ਹਾਉਣ ਵਿੱਚ ਉਹ ਮੇਰੀ ਹੈਲਪ ਨਹੀਂ ਕਰ ਸਕਦੇ ਸੀਗੇ। ਸ਼ੀ ਡਿਡ ਨਾਟ ਬਿਲੀਵ ਇਨ ਦ ਥਿੰਗਸ ਦੇ ਟੌਟ ਐਟ ਦ ਇੰਗਲਿਸ਼ ਸਕੂਲ ਐਂਡ ਵਾਜ਼ ਡਿਸਟਰੈਸਡ that there were no teaching about God and the scriptures. ਕਿ ਉਹਨਾਂ ਨੂੰ ਉਹ ਉਹਨਾਂ ਚੀਜ਼ਾਂ 'ਤੇ ਬਿਲੀਵ ਨਹੀਂ ਕਰਦੇ ਸੀ ਜੋ ਇੰਗਲਿਸ਼ ਸਕੂਲ 'ਚ ਪੜ੍ਹਾਇਆ ਜਾਂਦਾ ਹੈ, ਉਹ ਉਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ ਸੀਗੇ। ਔਰ ਉਹਨਾਂ ਨੂੰ ਇਹ ਸੁਣ ਕੇ, ਇਹ ਦੇਖ ਕੇ ਬਹੁਤ ਉਹਨਾਂ ਨੂੰ ਪਰੇਸ਼ਾਨੀ ਜਾਂ ਚਿੰਤਾ ਹੋਈ, ਡਿਸਟਰੈਸਡ ਹੋਏ, ਉਹ ਪਰੇਸ਼ਾਨ ਹੋਏ, ਚਿੰਤਿਤ ਹੋਏ ਕਿ ਸਕੂਲਾਂ ਵਿੱਚ ਰੱਬ ਦੇ ਬਾਰੇ 'ਚ ਨਹੀਂ ਪੜ੍ਹਾਇਆ ਜਾਂਦਾ, ਔਰ
ਸਕ੍ਰਿਪਚਰਸ यानी कि धार्मिक किताबां ग्रंथां बारे कुछ नहीं पढ़ाया जाता। वो ये सुन के उन्होंने बहुत चिंता हुई। मतलब एक तरीके नाल वो इंग्लिश स्कूल जो पढ़ाया जाता सीगा उन्होंने देख के वो खुश नहीं रहे और दुखी हो गए उन्होंने सुन के। वन डे आई अनाउंसड दैट वी वर बीइंग गिवन म्यूजिक लैसनस। तो एक बार मैं इवें उन्होंने दस दिता कि सानू अज संगीत का पाठ पढ़ाया गया है, सानू संगीत सिखाया जा रहा है। शी वॉज वेरी डिस्टर्ब मतलब बहुत बेचैन हो गए, उन्होंने चंगा नहीं लग्या। कहने मतलब है कि वो बहुत बेचैन हो गए सुन के। टू हर म्यूजिक हैड ल्यूड एसोसीएशनस। उन्होंने अकॉर्डिंगली उन्होंने सोच इवें सी, वो सोचते सीगे कि जिहड़ा संगीत है वो घटिया वासनावां पैदा करता है, यानी ये सही चीज़ नहीं होंदी। इट वॉज द मोनोपली ऑफ harlots and beggars and not mean for gentle folk। कि जिहड़ा काम है संगीत वगैरह का इहदे ते वेश्यावां जिहड़ियां हुंदियां या जिहड़े भिखारी हुंदे है उन्हां दा एक अधिकार है, ते जिहड़े शरीफ लोग हुंदे है वो ये शरीफ लोकां लई नहीं हुंदा। शी सैड नथिंग बट हर साइलेंस मीट डिसअप्रूवल। उन्होंने इस दे बारे च अगे कुछ नहीं बोलिया, लेकिन उन्होंने साइलेंस रख लिया, मतलब चुप हो गए वो, जिसका मतलब सीगा कि उन्होंने इसनों अपनी नामंजूरी दी। शी रियली टॉक टू मी आफ्टर दैट। उस तो बाद उन्होंने मेरे लिए कदे कदा ही मेरे नाल गल की। उस तो बाद मतलब उन्होंने बोलना बहुत ही घट कर दिता। यानी कि वो हैप्पी नहीं सीगे कि वो इंग्लिश स्कूल जाते हैं, वो धार्मिक सिक्ख्यावां नहीं लै रहे हैं, वैसटर्न कल्चर जिहड़ा है वो सीख रहे हैं, तो उन्होंने ये चीज़ां तो बहुत ही दुख होया। तो बेटा ये सीगा तुहाडा हाफ लैसन पार्ट 1। अगला पार्ट जिहड़ा है मैं पार्ट 2 विच लवांगे, आपां सिखांगे, ठीक है, पढ़ांगे। तो डू सबसक्राइब माई चैनल एजुसाइड, लाइक भी करो, शेयर भी करो। और जेकर तुहानूं मेरी वीडियो चंगी लगी या इस विच तुहानूं कोई कमी लगी या तुसी कोई सुझाव देना चाहते हो तो कमेंट बॉक्स जाके तुसी ज़रूर कमेंट करियो। थैंक यू सो मच।